ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਦੀਪ ਸਿੰਘ BSH ਨਿਊਜ਼ ਪੁਆਇੰਟ ਵਿੱਚ ਇੱਕ ਨਵੇਂ ਮੁੱਦੇ ਦੇ ਨਾਲ। ਮੁੱਦਾ ਕੀ ਹੈ? ਚਾਈਨਾ ਨਾਲ ਅਸੀਂ ਟ੍ਰੇਡ ਵਾਰ 'ਤੇ ਹਾਂ। ਸਾਰੀ ਦੁਨੀਆ ਟ੍ਰੇਡ ਵਾਰ 'ਤੇ ਇਸ ਟਾਈਮ ਚਾਈਨਾ ਦੇ ਨਾਲ। ਬਟ ਇਹਦੇ ਸੋਲਿਊਸ਼ਨਸ ਕੀ ਨੇ? ਇਹਦਾ ਕੰਸੈਪਟ ਕੀ ਹੈ? ਕੀ ਅਸੀਂ ਕਰ ਰਹੇ ਹਾਂ? ਕੀ ਇਹਦਾ ਕੋਈ ਕੀ ਬੈਨੀਫਿਟ ਨਿਕਲੇਗਾ? ਕੀ ਨੁਕਸਾਨ ਹੋਣਗੇ? ਸਾਡੇ ਨਾਲ ਨੇ ਸਰਦਾਰ ਜਗਜੀਤ ਸਿੰਘ ਕੋਚੜ, ਐਂਟਰਪ੍ਰੀਨਿਓਰ ਨੇ, ਅਤੇ ਇਹ ਇਸ ਬਾਰੇ ਕਾਫੀ ਸੂਝ ਰੱਖਦੇ ਨੇ। ਜਗਜੀਤ ਜੀ, ਸਾਨੂੰ ਦੱਸੋ ਕਿ ਦਰਸ਼ਕਾਂ ਨੂੰ ਸਾਡਿਆਂ ਨੂੰ ਵੀ ਕੀ ਇਹ ਜਿਹੜਾ ਹੈਗਾ ਕੰਸੈਪਟ, ਸਾਰੀ ਦੁਨੀਆ ਜਿਹੜੀ ਚਾਈਨਾ ਤੋਂ ਦੂਰੀ ਬਣਾ ਰਹੀ ਹੈ, ਟ੍ਰੇਡ ਵਾਰ 'ਤੇ ਹੈ, ਇਹਦਾ ਸਲਿਊਸ਼ਨ ਕੀ ਹੈ? ਠੀਕ ਹੈ ਨਾ ਜੀ? ਇਹ ਸਲਿਊਸ਼ਨ ਕੀ ਤੁਸੀਂ ਸੋਚਦੇ ਹੋ ਵੀ ਟ੍ਰੇਡ ਵਾਰ 'ਤੇ ਆ ਜਾਣਾ, ਅਸੀਂ ਬੈਨ ਲਾ ਦੇਣੇ, ਕੀ ਇਹ ਸਲਿਊਸ਼ਨ ਹੈ ਕਿ ਇਹਦਾ ਸਲਿਊਸ਼ਨ ਕੋਈ ਹੋਰ ਹੈ? आई थिंक वॉट इज़ इंपॉर्टेंट इज़ टू अंडरस्टैंड कि सारी दुनिया चलती किवें है ना, ट्रेड किवें ऑपरेट कर रहा है, और ਉਹਦੇ ਬਾਅਦ ਆਉਣ ਵਾਲੇ ਟਾਈਮ ਤੇ ਟ੍ਰੇਡ ਕਿਵੇਂ ਆਪਰੇਟ ਕਰੇਗਾ ਉਹਦੇ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸੋ ਟ੍ਰੇਡ ਦਾ ਬੇਸਿਕ ਪ੍ਰਿੰਸੀਪਲ ਹੈ ਵਾਇਬਿਲਿਟੀ। ਜਿੱਥੋਂ ਜਿਹਨੂੰ ਵਾਰਾ ਖਾਂਦਾ ਹੈ ਉੱਥੋਂ ਬੰਦਾ ਉਹ ਪਰਚੇਸ ਕਰ ਲੈਂਦਾ। ਇਟਸ ਅ ਸਿੰਪਲ ਫਾਰਮੂਲਾ। ਸੋ ਚਾਈਨਾ ਨੇ ਆਪਣੀ ਇਹੋ ਜਿਹੀ ਕੈਪੈਸਿਟੀ ਬਿਲਡਅਪ ਕੀਤੀ ਕਿ ਪੂਰੀ ਦੁਨੀਆ ਨੂੰ ਉੱਥੋਂ ਸਮਾਨ ਖਰੀਦਣਾ, ਉੱਥੇ ਦੀ ਪ੍ਰੋਡਕਸ਼ਨ ਨੂੰ ਪਰਚੇਸ ਕਰਨਾ ਉਹ ਵਾਰਾ ਖਾਂਦਾ। ਉਹਨਾਂ ਦੀ ਕੈਪੈਸਿਟੀਜ਼ ਹੈਗੀਆਂ ਨੇ, ਉਹਨਾਂ ਨੇ ਇਨੋਵੇਟ ਕੀਤਾ ਹੈ, ਉਹਨਾਂ ਨੇ ਟੈਕਨੋਲੋਜੀ ਨੂੰ ਅਡੋਪਟ ਕੀਤਾ ਹੈ, ਔਰ ਬਹੁਤ ਤੇਜ਼ੀ ਨਾਲ ਇਹਨਾਂ ਦਾ ਇਹ ਪ੍ਰੋਸੈਸ ਸ਼ੁਰੂ ਹੋਇਆ ਸੀ 1985 ਤੋਂ, ਔਰ 85 ਤੋਂ ਲੈ ਕੇ ਹੁਣ ਤੱਕ ਜਿੰਨੀ ਉਹਨਾਂ ਨੇ ਤਰੱਕੀ ਕੀਤੀ ਹੈ, ਆਪਣੇ ਆਪ ਨੂੰ ਇਹੋ ਜਿਹਾ ਸક્ષਮ ਬਣਾਇਆ ਹੈ ਕਿ ਕਿਸੇ ਹੋਰ ਜਗ੍ਹਾ 'ਤੇ ਪ੍ਰੋਡਕਸ਼ਨ ਦੀ ਉਹ ਕਾਸਟ ਆਉਂਦੀ ਨਹੀਂ ਜਿੰਨੀ ਕਾਸਟ 'ਚ ਉਹ ਪ੍ਰੋਡਿਊਸ ਕਰ ਲੈਂਦੇ ਨੇ। ਔਰ ਉਹਦੇ ਕਈ ਕਾਰਨ ਨੇ। ਉਹਨਾਂ ਦਾ ਆਪਣਾ ਇੱਕ ਡਿਸਿਪਲਿਨ ਹੈ, ਉਹਨਾਂ ਦਾ ਆਪਣਾ ਇੱਕ ਰੂਲ ਕਰਨ ਦਾ ਤਰੀਕਾ ਹੈ। ਮੈਨੂੰ ਇਹ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ 90% ਆਫ ਚਾਈਨਾ ਇਜ਼ ਅਥੀਸਟ। ਸੋ ਉਹ ਰੱਬ ਤੋਂ ਜ਼ਿਆਦਾ ਆਪਣੇ ਕੰਮ 'ਤੇ ਵਿਸ਼ਵਾਸ ਰੱਖਦੇ ਨੇ, ਆਪਣੇ ਕਰਮਾਂ 'ਤੇ ਵਿਸ਼ਵਾਸ ਰੱਖਦੇ ਨੇ। ਸੋ ਇਹ ਸਾਰਾ ਕੁਛ ਮਿਲ ਮਿਲਾ ਕੇ ਇੱਕ ਇਹੋ ਜਿਹੀ ਇੱਕ ਵਿਵਸਥਾ ਹੈ ਜਿਹਦੇ ਵਿੱਚ ਚਾਈਨਾ ਨੇ ਆਪਣੇ ਆਪ ਨੂੰ ਐਜ਼ ਏ ਲੀਡਰ ਇਸਟੈਬਲਿਸ਼ ਕੀਤਾ। ਸੋ ਜਦ ਸਾਨੂੰ ਇਹ ਸਮਝ ਆ ਗਈ ਕਿ ਵਪਾਰ ਉੱਥੇ ਹੋਏਗਾ ਜਿੱਥੋਂ ਵਾਇਬਿਲਿਟੀ ਬਣੇਗੀ। ਹੁਣ ਦੁਨੀਆ ਚਾਹੁੰਦੀ ਹੈ ਕਿ ਚਾਈਨਾ ਨੇ ਰੀਸੈਂਟਲੀ ਚਾਈਨਾ ਦੇ ਉੱਤੇ ਜੋ ਉਹਨਾਂ ਦਾ ਇੱਕ ਸਾਮਰਾਜ ਜਿਹਾ ਬਣਿਆ ਹੈ ਉਹਨੂੰ ਕਿਵੇਂ ਘੱਟ ਕੀਤਾ ਜਾਏ, ਕਿਵੇਂ ਆਪਾਂ ਦੁਨੀਆ ਚਾਈਨਾ 'ਤੇ ਆਪਣੀ ਡਿਪੈਂਡੈਂਸੀ ਘਟਾ ਸਕੇ। ਉਹ ਕੋਵਿਡ ਜਿਹੜਾ ਹੈ ਉਹ ਇੱਕ ਕਾਰਨ ਬਣ ਗਿਆ, ਲੇਕਿਨ ਕਾਰਵਾਈ ਉਸ ਤੋਂ ਪਹਿਲੇ ਤੋਂ ਚੱਲ ਰਹੀ ਸੀ। ਲੋਕ ਪੂਰੀ ਦੁਨੀਆ ਵਿੱਚ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਾਡੀ ਡਿਪੈਂਡੈਂਸੀ ਆਫ ਬਾਇੰਗ ਫਰੋਮ ਚਾਈਨਾ ਇਜ਼ ਟੂ ਮੱਚ, ਔਰ ਉਹ ਡਾਇਵਰਸੀਫਾਈ ਹੋਣੀ ਚਾਹੀਦੀ ਹੈ। ਇਹ ਪਿਛਲੇ 3-4 ਸਾਲਾਂ ਤੋਂ ਇਹਦਾ ਮਾਹੌਲ ਬਣ ਰਿਹਾ ਸੀਗਾ। ਕੋਵਿਡ ਨੇ ਇਸ ਗੱਲ ਨੂੰ ਥੋੜ੍ਹਾ ਹੋਰ ਜ਼ੋਰ ਫੜਾ ਦਿੱਤਾ। ਸੋ ਹੁਣ ਆਉਣ ਵਾਲੇ ਟਾਈਮ 'ਤੇ ਕੀ ਹੋਣ ਜਾ ਰਿਹਾ ਹੈ ਉਹਦੇ ਬਾਰੇ ਅਗਰ ਸੋਚੀਏ ਅਸੀਂ, ਤਾਂ ਹਰ ਕੰਟਰੀ ਇਸ ਵਕਤ ਜਿਹੋ ਜਿਹੇ ਹਾਲਾਤ ਕੋਵਿਡ ਵਿੱਚ ਬਣੇ ਔਰ ਜੋ ਸਾਡੀ ਲਰਨਿੰਗ ਕਰਵ ਹੈਗੀਆਂ ਨੇ ਉਹਨੂੰ ਧਿਆਨ ਰੱਖਦੇ ਹੋਏ ਹਰ ਕੰਟਰੀ ਆਪਣੀ ਮੈਨੂਫੈਕਚਰਿੰਗ ਸਕਸ਼ਮਤਾ ਬਣਾਉਣਾ ਚਾਹ ਰਹੀ ਹੈ। ਪਹਿਲੇ ਜਿਹੜੀ ਮੈਨੂਫੈਕਚਰਿੰਗ ਸੀਗੀ ਜਦ 85 ਵਿੱਚ ਚਾਈਨਾ ਸ਼ੁਰੂ ਹੋਇਆ, ਅਤੇ ਉਸ ਮੈਨੂਫੈਕਚਰਿੰਗ ਵਿੱਚ ਲੇਬਰ ਦੀ ਇੱਕ ਬੜੀ ਵੱਡੀ ਕਾਸਟ ਸੀਗੀ, ਔਰ ਚੂँकि ਚਾਈਨਾ ਇੱਕ ਬਹੁਤ ਹੀ ਲੋ ਕਾਸਟ ਲੇਬਰ ਔਰ ਡਿਸਿਪਲਿਨ ਲੇਬਰ, ਸਕਿਲਡ ਲੇਬਰ ਉਹਨਾਂ ਨੇ ਆਫਰ ਕੀਤੀ, ਜਿਸ ਕਰਕੇ ਅ ਲੋਟ ਆਫ ਇਨਵੈਸਟਮੈਂਟ ਵੈਂਟ ਟੂ ਚਾਈਨਾ, ਔਰ ਉਸ ਦਾ ਅਲਟੀਮੇਟਲੀ ਐਡਵਾਂਟੇਜ ਚਾਈਨਾ ਨੂੰ ਮਿਲਿਆ। ਉਹ ਈਰਾ ਸੀਗਾ ਜਦ ਲੇਬਰ ਵਾਜ਼ ਅ ਮੇਜਰ ਕੰਪੋਨੈਂਟ ਇਨ ਕ੍ਰੀਏਟਿੰਗ ਏ ਵਾਇਬਿਲਿਟੀ। ਲੇਕਿਨ ਉੱਥੋਂ ਅਗਰ ਅੱਜ ਦਾ ਜਿਹੜਾ ਦੇਖੀਏ ਤਾਂ ਟੈਕਨੋਲੋਜੀ ਹੈਜ਼ ਟੇਕਨ ਓਵਰ ਸੋ ਮੱਚ। ਰੋਬੋਟਿਕਸ ਹੈਵ ਕਮ ਇਨ ਟੂ ਪ੍ਰੋਡਕਸ਼ਨ। ਮੈਂ ਤਾਂ ਹੈਰਾਨ ਹਾਂ, ਰੀਸੈਂਟਲੀ ਮੈਂ ਜਦ ਮੋਹਾਲੀ ਦੇ ਕੁਛ ਯੂਨਿਟਸ ਨੂੰ ਵਿਜ਼ਿਟ ਕੀਤਾ ਤੇ ਦੇ ਆਰ ਯੂਜ਼ਿੰਗ ਰੋਬੋਟਿਕਸ ਇਨ ਮੈਨੂਫੈਕਚਰਿੰਗ ਐਂਡ ਦੇ ਆਰ ਰੈਪਿਡਲੀ ਇੰਟੀਗ੍ਰੇਟਿੰਗ ਦੇਅਰ ਮੈਨੂਫੈਕਚਰਿੰਗ ਪ੍ਰੋਸੈਸਿਸ ਵਿਦ ਰੋਬੋਟਿਕਸ। ਇਹਦਾ ਮਤਲਬ ਕੀ ਹੈ ਕਿ ਹੁਣ ਲੇਬਰ ਦੇ ਉੱਤੇ ਡਿਪੈਂਡੈਂਸੀ ਉਹ ਘੱਟ ਗਈ। ਹੁਣ ਇਹ ਪੋਸੀਬਲ ਹੈ ਕਿ ਜਿਸ ਕਾਸਟ 'ਤੇ ਚਾਈਨਾ ਬਣਾ ਰਿਹਾ ਹੈ, ਅਗਰ ਉਹ ਰੋਬੋਟ ਹੀ ਯੂਜ਼ ਕਰਨੇ ਨੇ ਅਤੇ ਉਸ ਕਾਸਟ ਦੇ ਉੱਤੇ ਦੁਨੀਆ 'ਚ ਕਿੱਥੇ ਵੀ ਮੈਨੂਫੈਕਚਰਿੰਗ ਕੀਤੀ ਜਾ ਸਕਦੀ ਹੈ। ਇੱਕ ਰੀਅਲਾਈਜੇਸ਼ਨ ਹੈ। ਇਹ ਤਾਂ ਹੋ ਗਿਆ ਟੈਕਨੋਲੋਜੀਕਲ ਲੈਵਲ 'ਤੇ, ਲੇਕਿਨ ਫਿਰ ਵੀ ਬਹੁਤ ਸਾਰੇ ਇਹੋ ਜਿਹੇ ਕੰਮ ਹੋਣਗੇ, ਬਹੁਤ ਸਾਰੇ ਇਹੋ ਜਿਹੇ ਸੈਕਟਰਸ ਹੈਗੇ ਨੇ ਜਿਹਦੇ ਵਿੱਚ ਲੇਬਰ ਦਾ ਫਿਰ ਵੀ ਇੱਕ ਬੜਾ ਵੱਡਾ ਰੋਲ ਹੈਗਾ, ਔਰ ਉੱਥੇ
ਓਵਰ ਏ ਪੀਰੀਅਡ ਚਾਈਨਾ ਦੀ ਜਿਹੜੀ ਲੇਬਰ ਕਾਸਟ ਦਾ ਐਡਵਾਂਟੇਜ ਸੀਗਾ ਉਹ ਐਡਵਾਂਟੇਜ ਹੁਣ ਧੀਰੇ ਧੀਰੇ ਘੱਟ ਹੁੰਦਾ ਜਾ ਰਿਹਾ। ਉੱਥੇ ਹੁਣ ਮਿਨੀਮਮ ਵੇਜਸ ਉਹ ਆਲਮੋਸਟ 50,000 ਰੁਪਏ ਉਹ ਪਰ ਮੰਥ ਦੇ ਹਿਸਾਬ ਨਾਲ ਪਹੁੰਚ ਚੁੱਕੀਆਂ ਨੇ। ਔਰ ਐਸੇ ਟਾਈਮ 'ਤੇ ਇਹੋ ਜਿਹੀ ਕੰਟਰੀਆਂ ਭਾਵੇਂ ਹਿੰਦੁਸਤਾਨ ਹੋਏ, ਬੰਗਲਾਦੇਸ਼ ਹੋਏ, ਵੀਅਤਨਾਮ ਹੋਏ, ਹੋਰ ਵੀ ਜਿਹੜੀ ਇੰਡੋਨੇਸ਼ੀਆ ਹੋਏ, ਉੱਥੇ ਜਿੱਥੇ ਲੇਬਰ ਦਾ ਐਡਵਾਂਟੇਜ ਹੈਗਾ so there will be two type of realignment which will happen. One, those countries who are still offering labor advantage, labor cost advantage, ਉੱਥੇ labor intensive industry ਉਹ ਗਲੋਬ ਦਾ ਇੱਕ ਸਪਲਾਈ ਚੇਨ ਦਾ ਹਿੱਸਾ ਬਣਨਗੀਆਂ। this is one. And secondly, ਜਿੱਥੇ ਵੀ ਰੋਬੋਟਿਕਸ ਨਾਲ ਯੂਜ਼ ਕਰਕੇ ਪ੍ਰੋਡਕਸ਼ਨ ਕੀਤੀ ਜਾ ਸਕਦੀ ਹੈ ਉਸ ਪ੍ਰੋਡਕਸ਼ਨ ਵਿੱਚ ਭਾਵੇਂ ਉਹ ਯੂਰਪ ਹੋਏ, ਭਾਵੇਂ ਉਹ ਅਮਰੀਕਾ ਹੋਏ, ਜਿਹੜੇ ਆਪਾਂ ਇਨਵਰਡ ਲੁਕਿੰਗ ਦੀ ਗੱਲ ਕਰ ਰਹੇ ਹਾਂ, ਹਰ ਕੰਟਰੀ ਆਪਣੇ ਆਪ ਨੂੰ ਆਪਣੀ ਜਿਹੜੀ ਡਿਪੈਂਡੈਂਸ ਹੈਗੀ ਹੈ ਉਹ ਇੰਪੋਰਟਸ ਤੋਂ ਘਟਾ ਕੇ ਉਹ ਆਪਣੇ ਲੋਕਾਂ ਨੂੰ ਉਹਨਾਂ ਨੇ ਜੋਬ ਵੀ ਦੇਣੇ, ਲੇਕਿਨ ਉਸ ਤੋਂ ਜ਼ਿਆਦਾ ਬਾਇਓ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈ ਕਿ ਪਤਾ ਨਹੀਂ ਕਿਹੜੇ ਸਪਲਾਈ ਨਾਲ ਕਿਹੜੀ ਬਿਮਾਰੀ ਫੈਲਾਈ ਜਾ ਸਕਦੀ ਹੈ, ਇਹ ਕੋਵਿਡ ਦਾ ਡਰ ਹੈ। ਸੋ ਉਹ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਪੁਸ਼ ਕਰੇਗਾ ਕਿ ਪ੍ਰੋਡਕਸ਼ਨ ਉੱਥੇ ਸ਼ਿਫਟ ਹੋਏ। ਇਹੋ ਜਿਹਾ ਇੱਕ ਰੀਅਲਾਈਨਮੈਂਟ ਆਉਣ ਵਾਲੇ ਦਿਨਾਂ 'ਚ ਸਾਨੂੰ ਨਜ਼ਰ ਆਏਗਾ, ਐਸੀ ਮੇਰੀ ਉਮੀਦ ਹੈ। ਅਸੀਂ ਨਾ ਨੈਸ਼ਨਲਿਜ਼ਮ ਦੀ ਗੱਲ ਕਰਨ ਲੱਗ ਜਾਂਦੇ ਵਿੱਚ, ਹੈ ਨਾ ਜੀ, ਵੀ ਆਹ ਚਾਈਨਾ ਦਾ ਪ੍ਰੋਡਕਟ ਹੈ, ਇਹਨੂੰ ਤੋੜ ਦਿਓ, ਹੈ ਨਾ ਜੀ, ਇਹ ਸਿੱਟ ਲਓ, ਆਹ ਕਰ ਲਓ, ਸਾਰੇ ਪਾਸੇ ਹੁਣ। ਜਦ ਕਿ ਹੁਣ ਨੈਸ਼ਨਲਿਜ਼ਮ ਦੇ ਤੌਰ 'ਤੇ ਆਪਾਂ ਦੇਖ ਲਈਏ, ਹੁਣ 20 ਸਾਡੇ ਸੈਨਿਕ ਇਹਨਾਂ ਨੇ ਸ਼ਹੀਦ ਕਰਤੇ। ਉਹ ਲਾਈਨ ਜਿਹੜੀ ਹੈਗੀ ਹੈ ਉਹਦੇ ਉੱਪਰ ਇਸ ਟਾਈਮ ਵੀ ਪੂਰਾ ਤਣਾਅ ਚੱਲ ਰਿਹਾ, ਮਿਜ਼ਾਈਲਾਂ ਤੈਨਾਤ ਹੋ ਰਹੀਆਂ। ਬਟ ਇਕਨੋਮਿਕ ਜਿਹੜੀ ਵਾਰ ਹੈ ਉਹਦੇ ਵਾਸਤੇ ਨੈਸ਼ਨਲਿਜ਼ਮ ਜਿਹੜੀ ਸਾਡੀ ਹੈ ਉਹਦੇ ਮਾਇਨੇ ਕੀ ਨੇ? ਸੋ there are two type of wars, which is war of conventional warfare supremacy, ਜਿਹੜੀ ਕਿ ਅਸੀਂ ਬਾਰਡਰ ਤੇ ਦੇਖ ਰਹੇ ਹਾਂ ਚਾਈਨਾ ਨਾਲ ਥੋੜ੍ਹਾ ਬਹੁਤ ਕੁਝ ਲੱਗਿਆ ਹੋਇਆ, and second is economic war. You are talking about economic war right now. ਜੀ You see, economic war has to be fought by sharpening our economic edges. ਇਹਦਾ ਮਤਲਬ ਕੀ ਹੋਇਆ, ਅਸੀਂ ਖਾਲੀ ਸਲੋਗਨ ਬੋਲ ਕੇ ਆਪਾਂ ਨੈਸ਼ਨਲਿਸਟ ਨਹੀਂ ਹੋ ਸਕਦੇ। ਸਾਨੂੰ ਹਰ ਇਕਨੋਮਿਕ ਐਕਟੀਵਿਟੀ ਨੂੰ ਇੰਨਾ ਐਫੀਸ਼ੀਐਂਟ ਬਣਾਉਣਾ ਪਏਗਾ ਕਿ ਅਸੀਂ ਚਾਈਨਾ ਤੋਂ ਕੰਪੀਟੀਟਿਵ ਪ੍ਰਾਈਸ 'ਤੇ ਪ੍ਰੋਡਕਸ਼ਨ ਕਰ ਸਕੀਏ। ਔਰ ਫਿਰ ਅਸੀਂ ਚਾਈਨਾ ਨੂੰ ਇੱਥੇ ਆਕਣ ਤੋਂ ਕਿਉਂ ਰੋਕ ਰਹੇ ਹਾਂ? ਅਸੀਂ ਤਾਂ ਇਹ ਕਰੀਏ ਕਿ ਅਸੀਂ ਚਾਈਨਾ ਵਿੱਚ ਜਾ ਕੇ ਉਹਨਾਂ ਦੀ ਮਾਰਕੀਟ ਨੂੰ ਜਿੱਥੇ ਅਸੀਂ ਕੰਪੀਟ ਕਰ ਸਕਦੇ ਹਾਂ, ਅਸੀਂ ਵਾਈ ਡੋਂਟ ਵੀ ਕੈਪਚਰ ਚਾਈਨਾਜ਼ ਮਾਰਕੀਟ ਇਨ ਚਾਈਨਾ ਐਂਡ ਚਾਈਨਾਜ਼ ਮਾਰਕੀਟ ਗਲੋਬਲੀ। The real warfare would be when we orient ourselves to be economically super efficient to compete China in its own game. So ਮੈਨੂੰ ਇਹ ਲੱਗ ਰਿਹਾ ਹੈ real nationalism would be to be the best in economic activity to beat China in their own game. ਇਹ ਦੱਸੋ ਵੀ ਆਪਾਂ ਹੁਣ ਤੁਸੀਂ ਸੈਕਟਰਸ ਦੀ ਗੱਲ ਕਰ ਰਹੇ ਸੀ, ਤੁਸੀਂ ਲੇਬਰ ਦੀ ਗੱਲ ਕਰ ਰਹੇ ਸੀ, ਸਸਤੀ ਲੇਬਰ ਜਿੱਥੇ ਉਹਨੇ ਸਾਰੀ ਵਰਲਡ ਨੂੰ ਬੀਟ ਕੀਤਾ, ਵਾਇਬਿਲਿਟੀ ਲਿਆਂਦੀ ਆਪਣੇ ਪ੍ਰੋਡਕਟਸ ਦੀ ਇਹੋ ਜਿਹੀ ਕਿ ਵੀ ਦੁਨੀਆ ਮਜਬੂਰ ਹੋ ਗਈ ਉਹ ਪ੍ਰੋਡਕਟਸ ਉਹਦੇ ਖਰੀਦਣ ਵਾਸਤੇ। ਬਟ ਸਾਡੇ ਕੋਲ ਵੀ ਕੁਝ ਤਾਂ ਸੈਕਟਰਸ ਅਜਿਹੇ ਹੋਣਗੇ ਜਿਨ੍ਹਾਂ ਵਿੱਚ ਅਸੀਂ ਚਾਈਨਾ ਤੋਂ ਉੱਪਰ ਸੁਪਰਸੀਡ ਕਰਦੇ ਹਾਂ। ਸਾਨੂੰ ਦੱਸੋ ਕਿ ਉਹ ਕਿਹੜੇ ਸੈਕਟਰ ਨੇ ਜਿੱਥੇ ਆਪਣੀ ਕੰਟਰੀ ਚਾਈਨਾ ਦੇ ਉੱਪਰ ਐਡਵਾਂਟੇਜ ਲੈ ਸਕਦੀ ਹੈ, ਉਹਦਾ ਰॉ ਮਟੀਰੀਅਲ ਲੈ ਕੇ ਕੀ ਅਸੀਂ ਕੋਈ ਉਹ ਪ੍ਰੋਡਕਟ ਤਿਆਰ ਕਰਕੇ ਕੀ ਅਸੀਂ ਅੱਗੇ ਵਾਇਬਿਲਿਟੀ ਉਹਦੀ ਬਣਾ ਸਕਦੇ ਹਾਂ, ਇਹਦੇ ਬਾਰੇ ਦੱਸੋ। ਸੋ ਅਗਰ ਆਪਾਂ ਇੱਥੋਂ ਸ਼ੁਰੂ ਹੋਈਏ ਜਿੱਥੋਂ ਚਾਈਨਾ ਸ਼ੁਰੂ ਹੋਇਆ ਸੀਗਾ, ਚਾਈਨਾ ਨੇ ਕੀ ਕੀਤਾ, ਇਫ ਆਈ ਗੋ ਬੈਕ ਟੂ ਦ ਈਰਾ ਆਫ 1991 ਔਰ ਫਰੋਮ ਦੇਅਰ ਟਿਲ ਅਰਾਊਂਡ 2000, ਚਾਈਨਾ ਨੇ ਕੀ ਕੀਤਾ, ਰॉ ਮਟੀਰੀਅਲ ਇੰਡੀਆ ਤੋਂ ਇੰਪੋਰਟ ਕੀਤਾ, ਉਹਨੂੰ ਵੈਲਿਊ ਐਡ ਕੀਤਾ ਔਰ ਦੁਬਾਰਾ ਮਾਲ ਬਣਾ ਕੇ ਇੰਡੀਆ 'ਚ ਵੇਚਿਆ। So it was a very good strategy. The balance of trade for quite some time initially was in favor of India. और 85% जो ਅਸੀਂ एक्सपोर्ट कर रहे ਸੀਗੇ ਉਹ ਸਟੀਲ ਸੀਗਾ, ਰॉ ਸਟੀਲ, ਆਇਰਨ ਔਰ ਔਰ ਉਹ ਆਇਰਨ ਔਰ ਹੋ ਗਿਆ। ਸਟੀਲ ਦੇ ਹੋਰ ਵੀ ਆਈਟਮ ਸੀਗੇ ਜਿਹੜੇ ਉੱਥੇ ਗਏ ਜਿਨ੍ਹਾਂ ਨੂੰ ਉਹਨਾਂ ਨੇ ਕਨਵਰਟ ਕਰਕੇ ਮਾਲ ਬਣਾ ਕੇ ਪੂਰੀ ਦੁਨੀਆ ਨੂੰ ਵੇਚਿਆ। ਸੋ ਐਫੀਸ਼ੀਐਂਸੀ ਕੀ ਸੀਗੀ ਕਿ ਮੈਂ ਇੱਥੋਂ ਦਾ ਭਾੜਾ ਵੀ ਪੇ ਕੀਤਾ
ਉਹਦੇ ਬਾਅਦ ਉੱਥੇ ਕਨਵਰਜਨ ਕਾਸਟ ਵੀ ਪਾਈ, ਫਿਰ ਵੀ ਦੁਨੀਆ ਇਸ ਸਾਲ ਨਾਲ ਜ਼ਿਆਦਾ ਮੈਂ ਕੰਪੀਟੀਟਿਵ ਹੋਇਆ। ਅਸੀਂ ਉਸੇ ਲੈਸਨ ਨੂੰ, ਚਾਈਨਾ ਦੀ ਗੇਮ ਨੂੰ ਚਾਈਨਾ ਨਾਲ ਹੀ ਕੰਪੀਟ ਕਰ ਸਕਦੇ ਹਾਂ। ਚਾਈਨਾ ਦੇ ਬਹੁਤ ਸਾਰੇ ਇਲੈਕਟ੍ਰੋਨਿਕ ਕੰਪੋਨੈਂਟਸ ਬਹੁਤ ਸਸਤੇ ਨੇ ਔਰ ਦੁਨੀਆ ਇਸ ਸਾਲ ਨਾਲ ਸਸਤੇ ਨੇ। ਅਸੀਂ ਉੱਥੋਂ ਇਲੈਕਟ੍ਰੋਨਿਕ ਕੰਪੋਨੈਂਟ ਮੰਗਾ ਕੇ ਇੱਥੇ ਨਵੇਂ ਪ੍ਰੋਡਕਟ ਇਨੋਵੇਟ ਕਰਕੇ ਚਾਈਨਾ ਨੂੰ ਚਾਈਨਾ ਦੀ ਗੇਮ ਵਿੱਚ ਹੀ ਮਾਤ ਦੇ ਸਕਦੇ ਹਾਂ, ਕਿਉਂਕਿ ਸਾਡੀ ਲੇਬਰ ਐਫੀਸ਼ੀਐਂਟ ਹੈ, ਟੈਕਨੋਲੋਜੀਕਲੀ ਬੜੀ ਸਾਊਂਡ ਹੈ। ਔਰ ਅਸੀਂ ਅਗਰ ਥੋੜ੍ਹਾ ਜਿਹਾ ਉਹਨਾਂ ਨੂੰ ਓਰੀਐਂਟ ਕਰ ਦਈਏ, ਟ੍ਰੇਨ ਕਰ ਦਈਏ, ਤੇ ਮੈਨੂੰ ਪੂਰੀ ਉਮੀਦ ਹੈ ਚਾਈਨਾ ਦਾ ਹੀ ਮਾਲ ਚਾਈਨਾ ਤੋਂ ਮੰਗਾ ਕੇ ਇੱਥੇ ਨਵੇਂ ਪ੍ਰੋਡਕਟ ਕੰਪੋਨੈਂਟ ਬਣਾ ਕੇ ਅਸੀਂ ਦੁਨੀਆ ਦੇ ਸਪਲਾਈ ਚੇਨ ਵਿੱਚ ਇਨਵੋਲਵ ਹੋ ਸਕਦੇ ਹਾਂ। ਦਿਸ ਇਜ਼ ਵਨ so far as electronics is concerned. Another area which is significant is the agriculture sector. ਚਾਈਨਾ ਦੀ ਕੰਜ਼ੰਪਸ਼ਨ ਆਪਣੀ ਉਹ ਇੰਨੀ ਰੈਪਿਡਲੀ ਵੱਧ ਰਹੀ ਹੈ ਔਰ ਉਹਨਾਂ ਦੀ ਡਿਪੈਂਡੈਂਸ ਆਪਣੀ ਹੀ ਜਿਹੜੀ ਐਗਰੀਕਲਚਰ ਸੈਕਟਰ ਹੈ, ਧੀਰੇ ਧੀਰੇ ਉਹਦੀ ਵਾਇਬਿਲਿਟੀ ਉਹਨਾਂ ਦੇ ਐਗਰੀਕਲਚਰ ਸੈਕਟਰ ਦੀ, ਬਿਕਾਜ਼ ਆਫ ਦੀ ਇਨਕਰੀਜ਼ ਇਨ ਲੇਬਰ ਐਂਡ ਐਸਪੀਰੇਸ਼ਨਸ ਆਫ ਦ ਪੀਪਲ ਇਨ ਚਾਈਨਾ, ਦੇ ਵਿਲ ਬੀ ਨੀਡਿੰਗ ਅ ਲੋਟ ਆਫ ਐਗਰੀਕਲਚਰ ਐਂਡ ਅਲਾਈਡ ਪ੍ਰੋਡਕਟਸ, ਭਾਵੇਂ ਉਹ ਸ਼੍ਰਿੰਪ ਹੋਏ, ਭਾਵੇਂ ਉਹ ਫਿਸ਼ ਹੋਏ, ਭਾਵੇਂ ਬੀਫ ਹੋਏ, ਭਾਵੇਂ ਐਗਰੀਕਲਚਰ ਦੇ ਹੋਰ ਪ੍ਰੋਡਕਟਸ ਹੋਣ। ਰੀਸੈਂਟਲੀ a lot of Chinese companies have taken over the rice mills of Haryana and Punjab, ਔਰ ਉਹ ਉਹਨਾਂ ਦਾ ਜਿਹੜਾ ਇੱਕ ਕੋਸ਼ਿਸ਼ ਹੈ ਕਿ ਅਸੀਂ ਇੰਡੀਆ ਤੋਂ ਐਗਰੀਕਲਚਰ, ਸੋ ਐਗਰੀਕਲਚਰ ਇਜ਼ ਅਨਦਰ ਸੈਕਟਰ ਵੇਅਰ we can play a major role in servicing the demand of China. So again I go back, we don't need to ban Chinese product, we have to bring our game up to a level we are more efficient than China, not only in cost comparisons but also in product quality, and which we can easily do, because this time when we adopt manufacturing, it will be a combination of labor and the technology which will be state of the art। ਇੱਕ ਹੋਰ ਬੜੀ ਵੱਡੀ ਡਿਵੈਲਪਮੈਂਟ ਜਿਹੜੀ ਰੀਸੈਂਟਲੀ ਹੋਈ ਹੈ, ਕਿਉਂਕਿ ਟੈਕਨੋਲੋਜੀ ਦਾ ਆਬਸੋਲੈਂਸ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਟੈਕਨੋਲੋਜੀ ਦੀ ਅਵੇਲੇਬਿਲਿਟੀ ਮਾਰਕੀਟ ਵਿੱਚ ਜਿਹੜੇ ਪ੍ਰਾਈਸ ਹੈ ਉਹ ਬਹੁਤ ਘੱਟ ਹੈ। ਹਰ ਦੂਜੇ ਤੀਜੇ ਸਾਲ ਨਵੀਂ ਟੈਕਨੋਲੋਜੀ ਆ ਜਾਂਦੀ ਹੈ, ਉਸ ਤੋਂ ਬੈਟਰ ਟੈਕਨੋਲੋਜੀ ਆ ਜਾਂਦੀ ਹੈ। ਆਪਾਂ ਲੈਪਟਾਪ ਹੀ ਦੇਖ ਲਈਏ, ਹੈ ਨਾ, ਜਿਹੜਾ ਲੇਟੈਸਟ ਲੈਪਟਾਪ ਆਉਂਦਾ ਉਹ 1.5-2 ਲੱਖ ਦਾ ਹੈ, ਉਹੀ 1.5-2 ਲੱਖ ਵਾਲਾ 30-40 ਹਜ਼ਾਰ ਰੁਪਏ 'ਚ ਬਾਅਦ 'ਚ ਮਿਲਣਾ ਸ਼ੁਰੂ ਹੋ ਜਾਂਦਾ ਵਿਦਿਨ ਅ ਸਪੈਨ ਆਫ। Same thing is happening with most of the technology also. So I think we can leapfrog in technology domain at a very low cost and make our production efficient and also ensure that we compete China at every level. I think that's a real way forward. ਨਹੀਂ, ਇੱਕ ਹੋਰ ਵੀ ਗੱਲ ਹੈ ਨਾ, ਛੋਟੇ ਛੋਟੇ ਪ੍ਰੋਡਕਟਸ ਨੇ ਜਿਨ੍ਹਾਂ ਕਰਕੇ ਅਸੀਂ ਡਿਪੈਂਡੈਂਟ ਹਾਂ। ਕੋਈ ਇਲੈਕਟ੍ਰਿਕ ਟੇਪ ਰੋਲਸ ਨੇ, ਕੋਈ ਕਬਜੇ ਨੇ ਨਾ, ਦਰਵਾਜ਼ਿਆਂ ਦੇ ਕਬਜੇ ਹੈ। ਛੋਟੀ ਤੋਂ ਛੋਟੀ ਚੀਜ਼ ਵਾਸਤੇ ਅਸੀਂ ਡਿਪੈਂਡੈਂਟ ਹਾਂ। ਪਿਛਲੇ ਦਿਨੀ ਮੇਰੀ ਕੁਛ ਦੁਕਾਨਦਾਰਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਵੀ ਸਾਡਾ ਸਾਰਾ ਸਮਾਨ ਜਿਹੜਾ ਬਲੌਕ ਪਿਆ, ਸਾਡੇ ਟ੍ਰੇਡ ਵਾਰ ਕਰਕੇ ਸਾਡੇ ਸਮਾਨ ਰੁਕੇ ਪਏ ਨੇ। ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਜੇ ਦਰਵਾਜ਼ੇ ਨੂੰ ਕਬਜ਼ਾ ਲੱਗਣਾ ਹੈ ਅਤੇ ਜਾਂ ਫਿਰ ਜਿਹੜੀ ਇਲੈਕਟ੍ਰਿਕ ਦੀ ਜਿਹੜੀ ਇਹ ਹੋਣੀ ਹੈ, ਵਾਇਰਿੰਗ ਹੋ ਰਹੀ ਹੈ, ਇਹਦੇ ਵਾਸਤੇ ਚਲੋ ਇਹ ਐਸੈਂਸ਼ੀਅਲ ਕੋਮੋਡਿਟੀ ਹੈ, ਇਹਦੇ ਉੱਪਰ ਰੋਕ ਕੁਛ ਹੱਦ ਤੱਕ ਘੱਟ ਲੱਗਦੀ, ਪਰ ਟ੍ਰੇਡ ਵਾਰ 'ਚ ਇਹ ਵੀ ਫਸਿਆ ਹੋਇਆ ਕੰਮ। ਅਤੇ ਕੀ ਇਹ ਚੀਜ਼ਾਂ ਇੰਡੀਆ ਬਣਾ ਸਕਦਾ ਸੀ? ਕਿਉਂ ਨਹੀਂ ਬਣਾ ਪਾਇਆ? ਵੀ ਕੀ ਇਹਦੀ ਵਾਇਬਿਲਿਟੀ ਇੰਡੀਆ ਵਿੱਚ ਕਿਉਂ ਨਹੀਂ ਬਣਦੀ? ਸੋ ਮੈਨੂੰ ਇਹ ਲੱਗਦਾ ਹੈ ਕਿ ਚਾਈਨਾ ਵਿੱਚ ਜਿਹੜਾ ਚਾਈਨਾ ਨੂੰ ਐਡਵਾਂਟੇਜ ਹੈ ਉਹ ਇੰਨੇ ਵੋਲਿਊਮ ਵਿੱਚ ਬਣਾਉਂਦੇ ਨੇ, ਕਿਉਂਕਿ ਉਹਨਾਂ ਨੇ ਪੂਰੀ ਗਲੋਬਲ ਮਾਰਕੀਟ ਨੂੰ ਸਪਲਾਈ ਕਰਨਾ ਹੁੰਦਾ ਹੈ। ਇਫ ਵੀ ਹੈਵ ਟੂ ਇੰਟੀਗ੍ਰੇਟ ਆਵਰ ਸੈਲਸ ਵਿਦ ਦੀ ਗਲੋਬਲ ਮਾਰਕੀਟਸ, ਵੀ ਹੈਵ ਟੂ ਬਿਕਮ ਅ ਪਾਰਟ ਆਫ ਗਲੋਬਲ ਸਪਲਾਈ ਚੇਨ, ਤਾਂ ਸਾਨੂੰ ਓਨਾ ਕੀ ਐਫੀਸ਼ੀਐਂਟ ਬਣਨਾ ਪਏਗਾ ਜਿੰਨਾ ਚਾਈਨਾ ਹੈ in terms of volumes which they are producing. This is one reason. Secondly, ਉੱਥੇ ਜਿਹੜਾ ਰਿਸਰਚ ਐਂਡ ਇਨੋਵੇਸ਼ਨ ਹੈ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿਆਂਗਾ। ਮੇਰੇ ਨਾਲ ਇੱਕ ਵਾਰੀ ਸ਼ਤਾਬਦੀ ਵਿੱਚ ਦੇ CSIO ਦੇ ਡਾਇਰੈਕਟਰ, ਅਸੀਂ ਚੰਡੀਗੜ੍ਹ ਦੇ ਡਾਇਰੈਕਟਰ ਟਰੈਵਲ ਕਰ ਰਹੇ ਸੀਗੇ, ਔਰ ਸਾਡੀ ਡਿਸਕਸ਼ਨ ਵਿੱਚ ਮੈਂ ਉਹਨਾਂ ਕੋਲੋਂ ਪੁੱਛਿਆ ਕਿ ਅਸੀਂ ਚਾਈਨਾ ਨਾਲ ਇਨੋਵੇਸ਼ਨ 'ਚ ਕਿੱਥੇ ਖੜ੍ਹੇ ਹਾਂ, ਅਤੇ ਉਹਨਾਂ ਨੇ ਕਿਹਾ ਅਸੀਂ ਬਹੁਤ ਪਿੱਛੇ ਹਾਂ। ਮੈਂ ਕਿਹਾ ਫਿਰ ਵੀ ਕੋਈ ਐਗਜ਼ਾਮਪਲ? ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ LED ਹੈ, LED ਦੀ ਜਿਹੜੀ ਲਿਊਮੀਨਸ ਵੈਲਿਊ ਹੈ, ਅਸੀਂ ਹੁਣ ਤੱਕ ਖਾਲੀ 8 ਤੱਕ ਪਹੁੰਚ ਸਕੇ ਹਾਂ ਔਰ ਚਾਈਨਾ 150 ਤੱਕ ਚਲਾ ਗਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਆਪਾਂ ਕਦ ਤੱਕ 150 ਤੱਕ ਪਹੁੰਚ ਜਾਵਾਂਗੇ? ਉਹਨਾਂ ਨੇ ਕਿਹਾ ਜਦ ਤੱਕ ਅਸੀਂ 150 ਤੱਕ ਪਹੁੰਚਾਂਗੇ ਉਹ ਕੋਈ ਨਵੀਂ ਟੈਕਨੋਲੋਜੀ ਲੈ ਆਉਣਗੇ। ਸੋ ਇਹ ਜਿਹੜਾ ਪੇਸ ਹੈ
ਜਿਸ ਪੇਸ ਨਾਲ ਚਾਈਨਾ ਇਨੋਵੇਟ ਕਰਦਾ ਹੈ, ਮੈਨੂੰ ਇਹ ਲੱਗਦਾ ਹੈ ਬਹੁਤ ਸਾਰੀ ਜ਼ਿੰਮੇਵਾਰੀ ਇੱਥੇ ਦੇ ਜਿਹੜੇ ਰਿਸਰਚ ਆਰਗੇਨਾਈਜੇਸ਼ਨਸ ਨੇ, IITs ਹੋ ਗਏ, ਹੋਰ ਵੀ ਸਾਰੇ ਜਿਹੜੇ ਅਦਾਰੇ ਬਣੇ ਨੇ, ਉਹ ਆਈਸੋਲੇਸ਼ਨ 'ਚ ਖਾਲੀ ਰਿਸਰਚ ਕਰਕੇ ਦੁਨੀਆ ਦੇ ਲਈ ਉਹ ਪ੍ਰੋਡਕਟ ਜਿਨ੍ਹਾਂ ਉਹਨਾਂ ਦਾ ਮੈਕਸਿਮਮ ਐਕਸਪਲੋਇਟੇਸ਼ਨ ਗਲੋਬਲੀ ਹੋ ਰਿਹਾ, ਹਿੰਦੁਸਤਾਨ ਵਿੱਚ ਉਹਦੀ ਲਿੰਕੇਜਸ ਇੰਡਸਟਰੀ ਨਾਲ ਉਹਨੀਆਂ ਨਹੀਂ ਬਣੀਆਂ। ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਕਮਰਸ ਦਾ ਨਹੀਂ ਪਤਾ, ਔਰ ਜਿਹੜੇ ਕਮਰਸ ਵਾਲੇ ਨੇ ਉਹਨੂੰ ਸਾਇੰਸ ਦਾ ਨਹੀਂ ਪਤਾ। ਜਿਸ ਦਿਨ ਤਾਲਮੇਲ ਨਹੀਂ ਹੈ ਕਿਸੇ ਪਾਸੇ। ਜਿਹੜੇ ਜਦ ਇਹ ਦੋਨੋਂ ਚੀਜ਼ਾਂ ਆਪਸ ਵਿੱਚ ਥੋੜ੍ਹਾ ਜਿਹਾ ਤਾਲਮੇਲ ਵਧੀਆ ਹੋ ਜਾਏਗਾ ਤੇ ਅਸੀਂ ਇਨੋਵੇਸ਼ਨ ਲੈਵਲ 'ਤੇ ਵੀ ਥੋੜ੍ਹਾ ਬਹੁਤ ਉਹਨਾਂ ਨਾਲ ਕੰਪੀਟ ਕਰ ਸਕਾਂਗੇ। ਐਜ਼ ਆਫ ਨਾਓ ਅਸੀਂ ਕਾਫੀ ਪਿੱਛੇ ਹਾਂ ਇਨ ਟਰਮਸ ਆਫ ਵੋਲਿਊਮ ਐਂਡ ਇਨੋਵੇਸ਼ਨ, ਲੇਕਿਨ ਇਹਨੂੰ ਕੈਚਅਪ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਅੱਜ ਕੱਲ੍ਹ ਜਿੱਥੋਂ ਕੋਈ ਇਨਫੋਰਮੇਸ਼ਨ ਲੈਣੀ ਹੋਏ ਉਹਦੇ ਲਈ ਗੂਗਲ ਚਾਚਾ ਬੈਠਾ ਹੈ, ਉਹਦੇ ਕੋਲ ਕੋਈ ਸਹੀ ਕੁਐਸਚਨ ਪੁੱਛੋ, ਉਹਦੇ ਕੋਲ ਹਰ ਗੱਲ ਦਾ ਜਵਾਬ ਹੈ। ਸੋ ਟੈਕਨੋਲੋਜੀ, ਇਨੋਵੇਸ਼ਨ, ਲਿੰਕੇजेस, ਗਲੋਬਲ ਕੋਲੈਬੋਰੇਸ਼ਨ, ਮਰਜਰ ਐਂਡ ਐਕੁਇਜ਼ੀਸ਼ਨ, ਇਹ ਸਾਰੇ ਟੂਲਸ ਅਵੇਲੇਬਲ ਨੇ। ਸਾਨੂੰ ਖਾਲੀ ਇੱਕ ਮਾਹੌਲ ਚਾਹੀਦਾ ਹੈ। ਉਹ ਮਾਹੌਲ ਸੈਂਟੀਮੈਂਟਸ ਜਿਹੜੇ ਨੇ ਉਹ ਰਿਲੀਜੀਅਸ ਨਹੀਂ ਹੋਣੇ ਚਾਹੀਦੇ, ਸੈਂਟੀਮੈਂਟ ਸਾਡੇ ਰੀਅਲ ਹੋਣੇ ਚਾਹੀਦੇ ਨੇ। ਸਾਡੇ ਸੈਂਟੀਮੈਂਟਸ ਰੀਅਲ ਨੈਸ਼ਨਲਿਜ਼ਮ ਦੀ ਗੱਲ ਕਰਨ, ਜਿਹਦੇ ਵਿੱਚ ਸਾਨੂੰ ਪ੍ਰੋਤਸਾਹਿਤ ਕਰਨ ਅਸੀਂ ਦੁਨੀਆ ਦੇ ਬੈਸਟ ਇਨਸਾਨ, ਮੋਸਟ ਕੰਪੀਟੈਂਟ ਪ੍ਰੋਡਿਊਸਰਸ, ਮੋਸਟ ਕੰਪੀਟੈਂਟ ਟ੍ਰੇਡਰਸ ਔਰ ਇੱਕ ਅੱਛੇ ਇਨਸਾਨ ਬਣ ਸਕੀਏ, ਲੋਕ ਜਿਹਦੇ 'ਤੇ ਟਰਸਟ ਕਰ ਸਕਣ। ਇਹ ਚੇਂਜਸ ਆਉਣ ਵਾਲੇ ਟਾਈਮ 'ਤੇ ਅਗਰ ਟੌਪ ਲੀਡਰਸ਼ਿਪ ਤੋਂ ਇੰਸਟਿਲ ਕੀਤੀ ਜਾਏ, ਅਸੀਂ ਜਿਹੜੇ ਵੀ ਹੈ ਸਾਡੇ ਰਿਲੀਜੀਅਸ ਡਿਸਪਿਊਟਸ ਕਦੀ ਕਦੀ ਉੱਭਰ ਕੇ ਆਉਂਦੇ ਨੇ, ਉਹ ਸਾਡੀ ਕੰਟਰੀ ਨੂੰ ਪਿੱਛੇ ਲੈ ਕੇ ਜਾਂਦੇ ਨੇ। ਦੁਨੀਆ ਵਿੱਚ ਕੋਈ ਗਲਤ ਮੈਸੇਜ ਜਾਂਦਾ ਹੈ, ਅਸੀਂ ਉਹਨਾਂ ਡਿਸਪਿਊਟਸ ਤੋਂ ਬਾਹਰ ਨਿਕਲ ਕੇ, ਮੈਂ ਤੁਹਾਨੂੰ ਗਾਰੰਟੀ ਕਰਨਾ ਜਿੰਨੇ ਵਧੀਆ ਕਾਰੀਗਰ ਮੁਸਲਿਮਸ ਹੈਗੇ ਨੇ, ਹੈ ਨਾ, ਉਹਨੇ ਕੋਈ ਹੋਰ ਕੌਮ ਉਨੀ ਵਧੀਆ ਕਾਰੀਗਰ ਨਹੀਂ ਹੈਗੀ ਜਿੰਨਾ ਵਧੀਆ ਕੰਮ ਉਹ ਹੱਥਾਂ ਨਾਲ ਉਹ ਕਰ ਸਕਦੇ ਨੇ, ਔਰ ਜਿੰਨਾ ਉਹਨਾਂ ਦਾ ਐਕਸਪੋਰਟ ਦਾ ਕੰਪੀਟੈਂਸ ਹੈ, ਭਾਵੇਂ ਉਹ ਆਗਰਾ ਦੇ ਲੈਦਰ ਦਾ ਕੰਮ ਹੋਏ ਜਾਂ ਕਾਰਪੈਟਸ ਦਾ ਕੰਮ ਹੋਏ ਮਿਰਜ਼ਾਪੁਰ ਵਾਲੇ ਇਲਾਕੇ 'ਚ। ਮੈਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਜਿਸ ਦਿਨ ਪੂਰਾ ਹਿੰਦੁਸਤਾਨ ਇੱਕ ਸ਼ਾਂਤੀ ਔਰ ਇੱਕ ਪਿਆਰ ਦਾ ਸੰਦੇਸ਼ ਦੁਨੀਆ ਨੂੰ ਦੇਗਾ, ਉਸ ਦਿਨ ਤੋਂ ਇਹ ਚੇਂਜਸ ਆਉਣਗੇ। ਹਰ ਇਨਸਾਨ ਕੰਟਰੀਬਿਊਟ ਕਰੇਗਾ ਔਰ ਉਹਦੀ ਸ਼ੁਰੂਆਤ ਆਪਸ ਵਿੱਚ ਭਾਈਚਾਰੇ ਔਰ ਪਿਆਰ ਨਾਲ ਹੋਣੀ ਹੈ। ਮੇਰੇ ਖਿਆਲ ਹੈ ਇਹ ਸਾਰੀਆਂ ਚੀਜ਼ਾਂ ਕੰਬਾਈਨ ਹੋ ਕੇ ਹੀ ਸਾਨੂੰ ਅੱਗੇ ਲਿਜਾ ਸਕਦੀਆਂ ਨੇ। ਜਿਹੜਾ ਇਹ ਕੋਰਸ ਹੈਗਾ ਕਿ ਚਾਈਨਾ ਤੋਂ ਇੰਪੋਰਟ ਬੈਨ ਕਰ ਦਿਓ, ਉਹ ਹੋ ਨਹੀਂ ਸਕਦਾ। ਤੁਸੀਂ ਜਿਵੇਂ ਹੁਣੇ ਗੱਲ ਦੱਸੀ ਹੈ, ਸਿੰਪਲ ਗੱਲਾਂ ਨੇ। ਜਿਹੜੀ ਇਲੈਕਟ੍ਰੀਕਲ ਟੇਪ ਆਉਂਦੀਆਂ ਨੇ, ਸਾਡੇ ਕੋਲ ਉਹ ਨਹੀਂ ਬਣਦੀ, ਸਟੈਪਲਰ ਨਹੀਂ ਬਣਦੇ, ਹੈ ਨਾ। ਇਹ ਨਹੀਂ ਕਿ ਅਸੀਂ ਬਣਾ ਨਹੀਂ ਸਕਦੇ। ਇਸ ਵਾਸਤੇ ਕਿ ਅੱਜ ਦੀ ਡੇਟ ਵਿੱਚ ਜਿਹੋ ਜਿਹਾ ਮਾਹੌਲ ਹੈ, ਉਹਦੇ ਵਿੱਚ ਸਾਡੇ ਹੱਥ 'ਚ ਜਿਹੜੀ ਐਫੀਸ਼ੀਐਂਸੀ ਲਿਆਉਣ ਦੇ ਲਈ ਇੱਕ ਇਨਵਾਇਰਮੈਂਟ ਚਾਹੀਦਾ। ਅਗਰ ਮੇਰੀ ਲੇਬਰ ਹੀ ਭੱਜ ਜਾਣੀ ਹੈ, ਅਗਰ ਮੇਰੀ ਲੇਬਰ ਦਾ ਮਾਈਗ੍ਰੇਸ਼ਨ ਹੀ ਹੁੰਦਾ ਰਹਿਣਾ ਕਿ ਕਦੀ ਉਹ ਵਿਲੇਜਸ ਚਲੇ ਜਾਣਗੇ, ਕਦੀ ਵਾਪਸ ਆ ਜਾਣਗੇ, ਅਸੀਂ ਸਪਲਾਈ ਚੇਨ ਦਾ ਹਿੱਸਾ ਨਹੀਂ ਬਣ ਸਕਦੇ। ਮੇਰੇ ਖਿਆਲ ਹੈ ਇਹ ਸਾਰੇ ਮੁੱਦੇ ਵਿਚਾਰ ਕਰਨ ਵਾਲੇ ਨੇ। ਇਹਨਾਂ ਦੇ ਦੁਆਰਾ ਹੀ ਅਸੀਂ ਇੱਕ ਰੀਅਲ ਨੈਸ਼ਨਲਿਜ਼ਮ, ਜਿਹੜਾ ਪਿਆਰ ਦੇ ਉੱਤੇ, ਸਾਡੇ ਭਾਈਚਾਰੇ ਦੇ ਉੱਤੇ ਬਿਲਡ ਹੋਏਗਾ, ਉਹਦੀ ਸ਼ੁਰੂਆਤ ਹੋਣ ਦੀ ਜ਼ਰੂਰਤ ਹੈ। ਇਹ ਸਨ ਸਰਦਾਰ ਜਗਜੀਤ ਸਿੰਘ, ਇਹਨਾਂ ਦੇ ਵਿਚਾਰ ਤੁਸੀਂ ਸੁਣੇ ਨੇ। ਇਹ ਐਪੀਸੋਡ ਪਸੰਦ ਆਉਣ 'ਤੇ ਤੁਸੀਂ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ ਆਪਣੇ ਜ਼ਰੂਰ, ਅਤੇ ਬੈਲ ਆਈਕਨ ਦਬਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਸਾਡੇ ਅੱਗੇ ਵੀ ਨੋਟੀਫਿਕੇਸ਼ਨਸ ਜਿਹੜੇ ਨੇ ਅਗਲੇ ਪ੍ਰੋਗਰਾਮਾਂ ਦੇ ਉਹ ਲਗਾਤਾਰ ਮਿਲਦੇ ਰਹਿਣ। ਧੰਨਵਾਦ।